ਹਾਂਜੀ ਮੈਮ। बहुत ही प्यारे सतगुरु जी की प्यारी साध संगत जी, तान तान सतगुरु तेरा ही आसरा। साध संगत जी, जो रिकॉर्डिंग तुसी ऑडियो सुनी है, सुन के तुहानू बहुत कुछ समझ लग गया होगा। डेरे दे अंदर किस तरह साजिशां चलदियां, किस तरह ब्लॉकां दे विच साजिशां चल रही, किस तरह 45 मैंबर उन साजिशां दे विच शामिल है। कई साडी भोली भाली साध संगत बड़ी छाती ठोक के दावा करदी है कि साडे जिम्मेवार गलत नहीं हो सकते, साडी मैनेजमेंट कमेटी गलत नहीं हो सकती, साडे 45 मैंबर गलत नहीं हो सकते, क्योंकि वो गुरु पिता जी ने बनाए हुए है। तां प्यारी साध संगत जी, भुलेखे दिल चों कढ दिओ। बहुत सारे भुलेखे पिता जी एक एक करके चक रहे हैं। सारी संगत इस ऑडियो नूं ध्यान नाल सुनो। वैसे मोहित बेटे ने एक एक लाइन मतलब क्लीयर की है दी, पर इसे करके ये जदों दी ऑडियो आई है, दोबारा जिहड़ा एडम ब्लॉक का सिस्टम बहुत हिलिया पिया, इन्ना कि हिलिया पिया कि दोबारा फिर सारा IT विंग मैदान दे विच उतारता है कि फोन फड़ फड़ के संगत दे फेथ वर्सेस वर्डिक्ट नूं ब्लॉक ते रिपोर्ट किया जा रहा है। पूरे जोर शोर नाल जिहड़े अकाल ते महाकालो दे एजेंट है इस चीज़ नूं रोक रहे हैं कि किसी भी हालत दे विच जिहड़ी ये ऑडियो है संगत दे कोल जानी नहीं चाहिदी। पर गुरु पिता जी दी अपार रहमत है, ये जिहड़ी ऑडियो रुक नहीं रही। ये संगत दे बच्चे बच्चे कोले ऑडियो पहुंच रही है। ये इन्हां दी असलीयत है। ਅਸੀਂ ਸ਼ੁਕਰੀਆ ਕਰਦੇ ਹਾਂ ਉਸ ਰਾਮ ਰੱਖੇ ਬਾਈ ਦਾ, ਜਿਹਨੇ ਇਹਨਾਂ ਦੀ ਅਸਲੀਅਤ ਸਾਨੂੰ ਦੱਸੀ। ਬਹੁਤ ਵਧੀਆ ਕੀਤਾ। ਚਲੋ ਕਿਵੇਂ ਵੀ ਉਹਨਾਂ ਨੇ ਸੱਚ ਬੋਲਣ ਦੀ ਹਿੰਮਤ ਤਾਂ ਕੀਤੀ ਨਾ, ਸੱਚ ਤਾਂ ਦੱਸਿਆ। ਤਾਂ ਪਿਆਰੀ ਸਾਧ ਸੰਗਤ ਜੀ, ਘੱਟੋ ਘੱਟ ਤੁਹਾਨੂੰ ਹੁਣ ਲਗਾਤਾਰ ਅਸੀਂ ਤੁਹਾਨੂੰ ਪਹਿਲਾਂ ਅਵਤਾਰ ਦੀ ਆਡੀਓ ਸੁਣਾਈ ਸੀ, ਲਗਾਤਾਰ ਅਸੀਂ ਤੁਹਾਨੂੰ ਬਹੁਤ ਕੁਝ ਪਹਿਲਾਂ ਦੱਸਦੇ ਰਹੇ। ਅਸੀਂ ਤੁਹਾਨੂੰ ਇਹ ਕਹਿੰਦੇ ਰਹੇ ਕਿ ਸਾਡੇ ਕੋਲ ਪ੍ਰੂਫ ਹੈ। ਇਹ ਜੋ ਇਹਨਾਂ ਨੇ ਕੁਕਰਮ ਕੀਤੇ ਹੋਏ ਆ, ਬੁਰੇ ਕਰਮ ਕੀਤੇ ਹੋਏ ਆ, ਉਹਨਾਂ ਦੇ ਸਾਰਿਆਂ ਦੇ ਸਾਡੇ ਕੋਲੇ ਸਬੂਤ ਹੈ। ਇਸੇ ਕਰਕੇ ਅਸੀਂ ਲਾਈਵ ਹੋ ਕੇ ਬੋਲਦੇ ਹਾਂ। ਹੁਣ ਉਹ ਸਬੂਤ ਕੁਝ ਅਸੀਂ ਤੁਹਾਨੂੰ ਵੀ ਸੁਣਾਉਂਦੇ ਰਹਿੰਦੇ ਹਾਂ ਟਾਈਮ ਟੂ ਟਾਈਮ। ਪਹਿਲਾਂ ਜਿਵੇਂ ਇਲੈਕਸ਼ਨਾਂ ਦੇ ਟਾਈਮ ਵੀ ਤੁਸੀਂ ਦੇਖਿਆ ਕਿ ਗੁਰਚਰਨ ਦੀਆਂ ਕਿੰਨੀਆਂ ਆਡੀਓ ਤੁਹਾਨੂੰ ਸੁਣਾਈਆਂ ਗਈਆਂ, ਕਿਵੇਂ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਝੂਠ ਬੋਲ ਰਹੀ ਹੈ। ਜਿਹੜੀ ਔਰਤ ਗੁਰੂ ਪਿਤਾ ਜੀ ਦੇ ਸਾਹਮਣੇ, ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ, ਝੂਠ ਬੋਲ ਸਕਦੀ ਹੈ, ਇੱਥੋਂ ਤੱਕ ਝੂਠ ਬੋਲ ਸਕਦੀ ਹੈ ਕਿ ਉਹ ਨਾਰਾ ਵੀ ਝੂਠਾ ਲਾ ਸਕਦੀ ਹੈ। ਗੁਰੂ ਪਿਤਾ ਜੀ ਨੂੰ ਟਿੱਚ ਸਮਝਦੀ ਸੀ। ਮੈਂ ਅੱਖਾਂ ਦੇ ਸਾਹਮਣੇ ਇਹ ਚੀਜ਼ਾਂ ਦੇਖਦੀ ਰਹੀ। ਨਾਰੇ ਦੀ ਉਹ 0% ਕਦੇ ਕਦਰ ਨਹੀਂ ਕਰਦੀ ਸੀ। ਮੈਂ ਉਹਦੇ ਨਾਲ ਬਹੁਤ ਟਾਈਮ ਕੰਮ ਕੀਤਾ। ਝੂਠਾ ਨਾਰਾ ਉਹਨੇ 1000 ਵਾਰੀ ਲਾਇਆ ਸੀ। ਇਹ ਨਾਰਿਆਂ ਦੀ ਕੀਮਤ ਹੁਣ ਵੀ ਬਾਈ ਕਹਿ ਰਿਹਾ। ਜਦੋਂ ਮੈਂ ਕਿਹਾ ਕਿ ਗੁਰੂ ਪਿਤਾ ਜੀ ਨੇ ਤਾਂ ਸਾਰੀਆਂ ਜਿਹੜੀਆਂ ਭੈਣਾਂ, ਉਹਨਾਂ ਤੋਂ ਪਿਤਾ ਜੀ ਨੇ ਹੱਥ ਖੜੇ ਕਰਕੇ ਨਾਰਾ ਲਗਵਾਇਆ ਹੋਇਆ ਹੈ ਵੀ ਬੇਟੀਓ, ਅਸੀਂ ਤੁਹਾਨੂੰ ਕਹਿ ਰਹੇ ਹਾਂ, ਤੁਸੀਂ ਸਾਡੀਆਂ ਬੇਟੀਆਂ। ਪਿਤਾ ਜੀ ਨੇ ਸਪੈਸ਼ਲੀ ਕਿਹਾ ਸੀ ਕਿ ਕਦੇ ਵੀ ਕਿਸੇ ਆਪਣੇ ਭਾਈ ਤੇ ਛੇੜਛਾੜ ਸ਼ਬਦ ਹੀ ਗੁਰੂ ਪਿਤਾ ਜੀ ਨੇ ਵਰਤਿਆ ਸੀ। ਛੇੜਛਾੜ ਦਾ ਕਦੇ ਵੀ ਕੋਈ ਦੋਸ਼ ਨਹੀਂ ਲਗਾਉਂਗੀ। ਪਿਤਾ ਜੀ ਦਾ ਸ਼ਬਦ ਸੀ ਛੇੜਛਾੜ, ਤੇ ਉਹੀ ਛੇੜਛਾੜ ਦਾ ਦੋਸ਼ ਹੀ ਇਹਨਾਂ ਨੇ ਗੁਰੂ ਪਿਤਾ ਜੀ ਦੇ ਵਚਨਾਂ ਦੀਆਂ ਧੱਜੀਆਂ ਉਡਾ ਕੇ ਛੇੜਛਾੜ ਦਾ ਦੋਸ਼ ਹੀ ਅਵਤਾਰ ਬਾਈ ਤੇ ਲਾਇਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਦੀ ਅਸਲੀਅਤ ਇਹ ਹੈ ਜੋ ਤੁਸੀਂ ਹੁਣ ਸੁਣ ਰਹੇ ਹੋ। ਉਹ ਨਹੀਂ ਆ ਤੁਸੀਂ ਜੋ ਇਹਨਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਆ। ਹਜੇ ਤਾਂ ਸਾਡੇ ਕੋਲ ਟਾਈਮ ਥੋੜਾ ਹੁੰਦਾ ਹੈ। ਇਹਨਾਂ ਦੀਆਂ ਇੰਨੀਆਂ ਕੁ ਅਸਲੀਅਤ ਹੈ। ਅੱਜ 14 ਮਈ ਹੈ, ਤੁਹਾਨੂੰ ਪਤਾ ਹੈ। 14 ਮਈ ਤੇ 15 ਮਈ ਨੂੰ ਬਠਿੰਡਾ ਦੇ ਵਿੱਚ ਜੋ ਕੁਝ ਹੋਇਆ, ਇਹ ਕਿਸੇ ਦਿਨ, ਅੱਜ ਟਾਈਮ ਥੋੜਾ ਰਹਿ ਗਿਆ, ਤੁਹਾਨੂੰ ਪੂਰੀ ਸਟੋਰੀ ਸੁਣਾਈ ਜਾਊਗੀ ਕਿ ਕਿਵੇਂ ਜਗਜੀਤ ਨੇ ਇਹ ਪਲਾਨ ਇੱਧਰੋਂ ਡੇਰੇ ਵੱਲੋਂ ਰਚੀ। ਸਾਰਾ ਰਾਜਨੀਤਿਕ ਵਿੰਗ ਦੇ ਨਾਲ ਸੀ, ਪਰ ਅੱਗੇ ਹੋ ਕੇ ਜੋ ਪਲਾਨ ਨੂੰ ਅੰਜਾਮ ਦਿੱਤਾ ਉਹ ਜਗਜੀਤ ਨੇ ਦਿੱਤਾ। ਸਭ ਤੋਂ ਪਹਿਲਾਂ ਰੋੜਾ ਮਾਰਿਆ ਉਹ ਵੀ ਜਗਜੀਤ ਨੇ ਮਾਰਿਆ। ਸਭ ਤੋਂ ਪਹਿਲਾਂ ਲਲਕਰਾ ਮਾਰਿਆ ਉਹ ਵੀ ਜਗਜੀਤ ਨੇ ਮਾਰਿਆ। ਨਾਮ ਚੱਚਾ ਘਰ ਦੇ ਵਿੱਚ 6:30 ਵਜੇ ਮਤਲਬ ਲਗਭਗ ਇਹਨਾਂ ਨੇ ਉੱਥੇ ਇਕੱਠੀ ਕਰਨੀ ਸ਼ੁਰੂ ਕਰਤੀ ਸੰਗਤ। ਇਹ ਵੀ ਜਗਜੀਤ ਦੀ ਰਹਿਨਮਾਈ ਚ ਉੱਥੇ ਮੀਟਿੰਗ ਹੋਈ। ਕਿਵੇਂ ਇਹਦੇ ਭਰਾ ਗੁਰਬਖਸ਼ੀਸ਼ ਨੇ ਭੁੱਚੋ ਤੋਂ ਲਿਆ ਕੇ ਕੈਂਟਰ ਤੇ ਮਤਲਬ ਕਿ ਡੰਡੇ ਤੇ ਵੱਡੀਆਂ ਵੱਡੀਆਂ ਡਾਂਗਾ ਸੰਗਤ ਦੇ ਹੱਥ ਦੇ ਵਿੱਚ ਫੜਾਈਆਂ। ਇਹ ਸਾਰਾ ਕੁਝ ਵੈਲ ਪਲਾਨ ਸੀ। ਬੇਸ਼ੱਕ ਉਸ ਟਾਈਮ 2007 ਦੇ ਵਿੱਚ ਮੈਨੂੰ ਇੰਨਾ ਨਹੀਂ ਸੀ ਪਤਾ ਇਹਨਾਂ ਦਾ, ਮਤਲਬ ਕਿ ਇਸ ਤਰ੍ਹਾਂ ਦੀਆਂ
ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ, ਪਰ ਬਹੁਤੇ ਲੋਕਾਂ ਨੂੰ ਉਸ ਟਾਈਮ ਇਹਨਾਂ ਦੀਆਂ ਬਹੁਤੀਆਂ ਗੱਲਾਂ ਦਾ ਪਤਾ ਸੀ। ਡਾਕਟਰ ਅਦਿੱਤਿਆ ਨੂੰ ਤੁਸੀਂ ਸਾਰੇ ਜਾਣਦੇ ਜੋ ਪਿਛਲੇ 5 ਸਾਲ ਤੋਂ ਗਾਇਬ ਹੈ। ਉਹ ਸਪੀਚ ਦੇ ਰਿਹਾ ਸੀ ਖੜਾ ਹੋ ਕੇ ਮਾਈਕ ਤੇ, 14 ਸੀ ਸ਼ਾਇਦ 15 ਅਗਸਤ ਅਗਲਾ ਦਿਨ ਸੀ। ਤਾਂ ਰਾਮ ਸਿੰਘ ਚੇਅਰਮੈਨ, ਰਾਮਕਰਨ ਭਵਾਨੀਗੜ੍ਹ ਤੇ ਜਗਜੀਤ, ਇਹ ਤਿੰਨੋਂ ਜਾਣੇ SSP ਸਾਹਿਬ ਨੂੰ ਮਿਲ ਕੇ ਤੇ DC ਸਾਹਿਬ ਨੂੰ ਮਿਲ ਕੇ ਸੈਕਟਰੀਏਟ ਦੇ ਵਿੱਚੋਂ ਮਤਲਬ ਕਿ ਦੰਦ ਕੱਢਦੇ ਆ ਰਹੇ ਸੀ ਸੰਗਤ ਦੇ ਵੱਲ। ਤਾਂ ਜਦੋਂ ਇਹ ਸੰਗਤ ਵੱਲ ਸਾਹਮਣੇ ਆ ਰਹੇ ਸੀ ਤਾਂ ਮਾਈਕ ਤੇ ਖੜੇ ਅਦਿੱਤਿਆ ਨੇ ਇਹਨਾਂ ਵੱਲ ਹੱਥ ਕਰਕੇ ਕਿਹਾ ਕਿ ਆਓ ਆ ਰਹੇ ਆ ਗੰਗੂ ਬ੍ਰਾਹਮਣ। ਬਿਲਕੁਲ ਡਾਕਟਰ ਅਦਿੱਤਿਆ ਨੇ ਇਹ ਕਲੀਅਰ ਕੱਟ ਅੱਜ ਵੀ ਮੈਨੂੰ ਯਾਦ ਹੈ, ਉਹਨੇ ਇਹ ਗੱਲ ਬੋਲੀ ਸੀ ਕਿ ਆਓ ਗੰਗੂ ਬ੍ਰਾਹਮਣ ਆ ਰਹੇ ਆ। ਉਸਨੇ ਇੱਕ ਵਾਰੀ ਨਹੀਂ, ਇਹ ਗੱਲ 3-4 ਵਾਰੀ ਮਾਈਕ 'ਚ ਬੋਲੀ। ਫਿਰ ਉਸਨੇ ਕਿਹਾ ਕਿ ਹੁਣ ਇਹਨਾਂ ਨੇ ਮੈਨੂੰ ਬੋਲਣ ਵੀ ਨਹੀਂ ਦੇਣਾ, ਮੈਥੋਂ ਮਾਈਕ ਵੀ ਖੋਣਗੇ। ਫਿਰ ਉਹਨੇ ਸੰਗਤ ਨੂੰ ਕਿਹਾ, ਕਹਿੰਦਾ ਮੇਰੀ ਲਾਲ ਸ਼ਰਟ ਦਾ ਖਿਆਲ ਰੱਖੋ, ਜੇ ਮੈਨੂੰ ਇਹ ਕੁੱਟਣ ਤਾਂ ਕਹਿੰਦਾ ਮੇਰੀ ਇਹ ਲਾਲ ਸ਼ਰਟ ਪਾਈ ਹੋਈ ਹੈ, ਮੈਨੂੰ ਛਡਾ ਲਿਓ। ਜਦੋਂ ਡਾਕਟਰ ਅਦਿੱਤਿਆ ਇਹ ਬੋਲ ਕੇ ਮਤਲਬ ਕਿ ਬੋਲ ਹੀ ਰਿਹਾ ਸੀ ਤਾਂ ਉਦੋਂ ਬੋਲਦੇ ਹੀ ਉਹਦੇ ਇਹ ਤਿੰਨੋਂ ਨਾ ਉੱਤੇ ਚੌਂਕ ਕੋਲੇ ਪਹੁੰਚ ਗਏ। ਤੇ ਜਦੋਂ ਇਹ ਉੱਥੇ ਪਹੁੰਚੇ ਤਾਂ ਸੱਚਮੁੱਚ ਹੀ ਰਾਮ ਸਿੰਘ ਚੇਅਰਮੈਨ ਨੇ ਡਾਕਟਰ ਅਦਿੱਤਿਆ ਦੇ ਹੱਥ ਦੇ ਵਿੱਚੋਂ ਮਾਈਕ ਖੋਲਿਆ ਸੀ ਤੇ ਉਸ ਤੋਂ ਬਾਅਦ ਉਸਨੂੰ ਮਾਈਕ ਦੇ ਵਿੱਚ ਬੋਲਣ ਨਹੀਂ ਦਿੱਤਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਘਟਨਾ ਦਾ ਉਸ ਟਾਈਮ ਬਿਲਕੁਲ ਮੈਨੂੰ ਸਮਝ ਨਹੀਂ ਲੱਗੀ ਸੀ ਕਿ ਜਿਹੜਾ ਇਹ ਗੰਗੂ ਬ੍ਰਾਹਮਣ ਸ਼ਬਦ ਇਹਨਾਂ ਵਾਸਤੇ ਬੋਲੇ ਗਏ ਤਾਂ ਇਹ ਕਿਉਂ ਬੋਲੇ ਗਏ। ਪਰ ਹੁਣ ਇਹਨਾਂ ਸਾਰੀਆਂ ਗੱਲਾਂ ਦੀ ਸਮਝ ਲੱਗਦੀ ਹੈ। ਵੈਸੇ ਤਾਂ ਮੈਨੂੰ ਅਗਸਤ 2007 ਤੱਕ ਆਉਂਦੇ ਮੈਨੂੰ ਬਹੁਤ ਜ਼ਿਆਦਾ ਕੁਛ ਇਹਨਾਂ ਦੀਆਂ ਗਦਾਰੀਆਂ ਦਾ ਪਤਾ ਚੱਲ ਚੁੱਕਿਆ ਸੀ। ਪਰ 14-15 ਮਈ ਵਾਲੇ ਦਿਨ ਜਿਹੜੀਆਂ ਗਦਾਰੀਆਂ ਇਹਨਾਂ ਨੇ ਕੀਤੀਆਂ ਜਾਂ ਜੋ ਪਲਾਨ ਰਚੀ, ਉਦੋਂ ਉਸ ਟਾਈਮ ਨਹੀਂ ਸੀ ਪਤਾ। ਹੁਣ ਤਾਂ 25 ਅਗਸਤ 2017 ਤੋਂ ਬਾਅਦ ਤਾਂ ਗੁਰੂ ਪੀਰਾਂ ਜੀ ਦੀ ਰਹਿਮਤ ਨਾਲ ਰਿਸਰਚ ਹੀ ਇੰਨੀ ਜ਼ਿਆਦਾ ਕੀਤੀ, ਹੁਣ ਤਾਂ ਇਹਨਾਂ ਦੀ ਕੱਲੀ ਸਾਜ਼ਿਸ਼ ਆ ਜਿਹੜੀ ਉਹ ਸਾਡੇ ਕੋਲ ਹੈ। ਤਾਂ ਜੋ ਇਹ ਕਰ ਰਹੇ ਆ, ਇਹਨਾਂ ਦੀਆਂ ਸਾਰੀਆਂ ਗੁਰੂ ਪਿਤਾ ਜੀ ਦੇ ਵਚਨ ਸੀ। ਜਿੰਨੀਆਂ ਚਾਲਾਂ ਤੁਸੀਂ ਚੱਲੋਗੇ ਉਹ ਸਾਰੀਆਂ ਉਲਟੀਆਂ ਪੈਣਗੀਆਂ। ਤਾਂ ਕਿਸੇ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਜਿਹੜਾ ਨੈਟਵਰਕ ਤੁਸੀਂ ਚਲਾਉਣੇ ਆ, ਕਿੱਥੇ ਤੁਹਾਡੀਆਂ ਤਾਰਾਂ ਜੁੜਨੀਆਂ, ਉਹ ਸਾਰਾ ਫੇਲ ਹੋਣਗੇ ਇੱਕ ਦਿਨ। ਤੇ ਨੈਟਵਰਕ ਸਿਰਫ ਤੇ ਸਿਰਫ ਸਤਿਗੁਰ ਵਾਲਾ ਹੀ ਚੱਲਣਾ ਹੈ। ਤੇ ਦੂਜਾ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪਾਂ ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ CBI ਦੇ ਵਿੱਚ ਆਪਾਂ ਅਰਜ਼ੀਆਂ ਭੇਜ ਰਹੇ ਹਾਂ, ਤਾਂ ਅਸੀਂ ਉਸ ਸਾਧ ਸੰਗਤ ਦਾ ਟੀਮ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਜਿਹੜੀ ਸਾਧ ਸੰਗਤ ਇਸ ਝੂਠ ਦੇ ਯੁੱਗ ਵਿੱਚ, ਘੋਰ ਕਲਯੁੱਗ ਦੇ ਵਿੱਚ ਬੁਰਾਈ ਦੇ ਨੁਮਾਇੰਦਿਆਂ ਦੀ ਪਰਵਾਹ ਨਾ ਕਰਕੇ ਸੱਚ ਨਾਲ ਖੜ ਰਹੀ ਹੈ, ਸੱਚ ਲਈ ਲੜ ਰਹੀ ਹੈ ਤੇ ਆਪਣੇ ਗੁਰੂ ਪਿਤਾ ਜੀ ਦੇ ਹੱਕ ਵਿੱਚ CBI ਦੀ ਜਿਹੜੀ ਪੰਚਕੂਲਾ ਕੋਰਟ ਨੂੰ ਉਹਨੂੰ ਲਗਾਤਾਰ ਚਿੱਠੀਆਂ ਭੇਜ ਰਹੀ ਹੈ। ਜੇ ਕਿਸੇ ਸੰਗਤ ਨੇ ਆਪਣੇ ਵਕੀਲਾਂ ਤੋਂ ਇਸ ਜਿਹੜੀ ਆਪਾਂ ਅਰਜ਼ੀ ਭੇਜ ਰਹੇ ਹਾਂ ਪੜ੍ਹਾਉਣਾ ਹੈ ਤਾਂ ਬੇਸ਼ੱਕ ਉਹ ਪੜ੍ਹਾ ਸਕਦੇ ਹੋ। ਕੋਸ਼ਿਸ਼ ਕਰੋ, ਅਸੀਂ ਤਾਂ ਕਹਿੰਦੇ ਹਾਂ ਆਪਣੇ ਏਰੀਏ ਦੇ ਜਿੰਨੇ ਵੀ ਤੁਹਾਡੇ ਵਕੀਲ ਹੈ ਜਾਂ ਜਾਣ ਪਹਿਚਾਣ ਵਾਲੇ, ਉਹਨਾਂ ਵਕੀਲਾਂ ਨੂੰ ਜ਼ਰੂਰ ਦਿਖਾਓ ਇਹ ਚਿੱਠੀ ਕਿ ਆਹ ਚਿੱਠੀ ਅਸੀਂ ਜਿਹੜੀ CBI ਦੀ ਕੋਰਟ ਨੂੰ ਪਾ ਰਹੇ ਹਾਂ, ਤਾਂ ਕਿ ਜਿੰਨੇ ਵੀ ਵਕੀਲ ਹੈ ਅਲੱਗ-ਅਲੱਗ ਕੋਰਟਾਂ ਦੇ, ਤਾਂ ਉਹਨਾਂ ਨੂੰ ਪਤਾ ਲੱਗੇ ਘੱਟੋ ਘੱਟ ਕਿ ਗੁਰੂ ਪਿਤਾ ਜੀ ਦਾ ਕੇਸ ਸੀ ਜਿਹੜਾ ਉਹ ਕਿਸ ਤਰ੍ਹਾਂ ਦਾ ਕੇਸ ਸੀ। ਕਿਉਂਕਿ ਉਹਨਾਂ ਨੂੰ ਪੜ੍ਹ ਕੇ ਬਹੁਤ ਸਾਰੇ ਵਕੀਲਾਂ ਨੂੰ ਜਿਹੜੀ ਇਹ ਸਮਝ ਲੱਗ ਰਹੀ ਹੈ ਕਿ ਗੁਰੂ ਪਿਤਾ ਜੀ ਤੇ ਜੋ ਕੇਸ ਸੀ ਉਹ ਝੂਠੇ ਬਣਾਏ ਗਏ। ਤੇ ਕਈ ਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਨਾ ਲੋਕ ਇਹ ਸਵਾਲ ਪੁੱਛਣ ਲੱਗ ਜਾਂਦੇ, ਮੈਨੂੰ ਵੀ ਇਹ ਸਵਾਲ ਪੁੱਛਦੇ ਹੈ ਕਿ ਤੁਸੀਂ ਕਦੇ ਮੈਮੋਰੰਡਮ ਦਿੰਦੇ ਹੋ, ਕਦੇ PIL ਲਗਾਉਂਦੇ ਹੋ ਤੇ ਕਦੀ CBI ਨੂੰ ਚਿੱਠੀਆਂ ਭੇਜਦੇ ਹੋ, ਤੇ ਇਸਦਾ ਕੀ ਕਦੇ ਕੋਈ ਫਾਇਦਾ ਹੁੰਦਾ ਹੈ? ਕਿਉਂਕਿ ਐਡਮ ਵਾਲਿਆਂ ਕੋਲ ਤਾਂ ਕਹਿੰਦੇ ਬਹੁਤ ਜ਼ਿਆਦਾ ਪੈਸਾ। ਇਹ ਸੰਗਤ ਮੈਨੂੰ ਅਕਸਰ ਹੀ ਕਹਿੰਦੀ ਰਹਿੰਦੀ ਹੈ ਕਿ ਐਡਮ ਵਾਲਿਆਂ ਕੋਲ ਤਾਂ ਬਹੁਤ ਜ਼ਿਆਦਾ ਪੈਸਾ, ਇਸ ਲਈ ਉਹ ਤੁਹਾਡੇ ਤੋਂ ਪਹਿਲਾਂ ਹੀ ਹਾਦਸਾ ਪਹੁੰਚ ਕੇ ਬਹੁਤ ਮੋਟਾ ਪੈਸਾ ਦੇ ਆਉਂਦੇ ਆ ਤੇ ਜਿਹੜਾ ਕੰਮ ਹੈ ਉਹ ਤੁਹਾਡਾ ਆਸਾਨੀ ਨਾਲ ਉਹ ਰੁਕਵਾ ਦਿੰਦੇ ਆ। ਤਾਂ ਮੇਰਾ ਉਹਨਾਂ ਲੋਕਾਂ ਨੂੰ ਇੱਕ ਹੀ ਜਵਾਬ ਹੈ ਕਿ ਜੋ ਕੁਝ ਵੀ ਸਾਡੀ ਟੀਮ ਪਿਛਲੇ 4-5 ਸਾਲ ਤੋਂ ਲਗਾਤਾਰ ਗੁਰੂ ਪਿਤਾ ਜੀ ਦੇ ਹੱਕ 'ਚ ਕਰ ਰਹੀ ਹੈ, ਇਸ ਤੋਂ ਇਹ ਸਿੱਧ ਅਸੀਂ ਜ਼ਰੂਰ ਕਰ ਰਹੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਆਪਣੇ ਗੁਰੂ ਪਿਤਾ ਜੀ ਦੇ ਹਾਂ। ਸਾਰੀ ਦੁਨੀਆ ਇੱਕ ਪਾਸੇ ਤੇ ਮੇਰਾ ਸਤਿਗੁਰ ਪਿਆਰਾ ਇੱਕ ਪਾਸੇ, ਤੇ ਦੂਸਰਾ ਅਸੀਂ ਦੁਨੀਆ ਤੇ ਖਾਸ ਕਰਕੇ ਗੁਰੂ ਦੇ ਗਦਾਰਾਂ ਨੂੰ ਇਹ ਅਹਿਸਾਸ ਕਰਵਾ ਰਹੇ ਹਾਂ ਕਿ ਸਤਿਗੁਰ ਦੇ ਸੱਚੇ ਆਸ਼ਕ, ਸੱਚੇ ਯੋਧੇ, ਸੱਚੇ ਪ੍ਰੇਮੀ ਅਜੇ ਜਿੰਦਾ ਹਨ, ਮਰੇ ਨਹੀਂ ਹੈ। ਅਸੀਂ ਆਪਣੇ ਸਤਿਗੁਰ ਦੇ ਅਡੋਲ ਆਸ਼ਕ ਹੈ, ਕਦੇ ਵੀ ਡੋਲਾਂਗੇ ਨਹੀਂ, ਘਬਰਾਵਾਂਗੇ ਨਹੀਂ। ਅਸੀਂ ਆਪਣੇ ਇਰਾਦਿਆਂ ਵਿੱਚ ਅਟਲ ਹਾਂ। ਅਸੀਂ ਇਸ ਧਰਮ ਯੁੱਧ ਵਿੱਚ ਡਟੇ ਹੋਏ ਹਾਂ, ਪਿੱਛੇ ਨਹੀਂ ਹਟਾਂਗੇ ਕਦੇ ਵੀ। ਜਦੋਂ ਅਸੀਂ ਇਹ ਧਰਮ ਯੁੱਧ ਸ਼ੁਰੂ ਕੀਤਾ
ਉਸ ਤੋਂ ਲੈ ਕੇ ਲਗਾਤਾਰ ਅਸੀਂ ਇਹ ਧਰਮ ਯੁੱਧ ਦੇ ਵਿੱਚ ਅੱਗੇ ਵਧ ਰਹੇ ਹਾਂ। ਅਸੀਂ ਕਦੇ ਵੀ ਹਾਰ ਨਹੀਂ ਮੰਨਾਂਗੇ, ਕਿਉਂਕਿ ਸੱਚ ਦੀ ਇੱਕ ਦਿਨ ਜਿੱਤ ਜ਼ਰੂਰ ਹੋਵੇਗੀ। ਅਸੀਂ ਗੁਰੂ ਦੇ ਗਦਾਰਾਂ ਨੂੰ ਇਹ ਵੀ ਦਿਖਾ ਰਹੇ ਹਾਂ ਕਿ ਅਸੀਂ ਤੁਹਾਡੀਆਂ ਧਮਕੀਆਂ, ਗੋਲੀਆਂ ਜਾਂ ਝੂਠੇ ਕੇਸਾਂ ਤੋਂ ਕਦੇ ਡਰਦੇ ਨਹੀਂ। ਜੋ ਤੁਸੀਂ ਸਾਡੇ ਪਿੱਛਾ ਕਰਦੇ ਹੋ ਨਾ, ਅਸੀਂ ਉਹਨਾਂ ਗੱਲਾਂ ਤੋਂ ਕਦੇ ਘਬਰਾਉਣੇ ਆ। ਕਦੇ ਵੀ ਅਸੀਂ ਆਪਣੀ ਮੰਜ਼ਿਲ ਤੋਂ ਹਟਣ ਵਾਲੇ ਨਹੀਂ ਹੈ। ਅਸੀਂ ਆਪਦੇ ਮਕਸਦ ਦੇ ਵਿੱਚ ਜ਼ਰੂਰ ਇੱਕ ਦਿਨ ਕਾਮਯਾਬ ਹੋਵਾਂਗੇ। ਅਸੀਂ ਡੇਰੇ ਦੇ ਅੰਦਰ ਬੈਠੇ ਝੂਠ ਤੇ ਕੂੜ ਦੇ ਢੇਰ ਨੂੰ ਇੱਕ ਦਿਨ ਖਤਮ ਕਰਕੇ ਹੀ ਰਹਾਂਗੇ ਤੇ ਆਪਣੇ ਗੁਰੂ ਪਿਤਾ ਜੀ ਨੂੰ ਨਿਰਦੋਸ਼ ਸਾਬਤ ਕਰਕੇ ਉਹਨਾਂ ਦੀ ਆਣ ਬਾਣ ਤੇ ਸ਼ਾਨ ਨੂੰ ਸਾਰੀ ਦੁਨੀਆ ਵਿੱਚ ਉੱਚੀ ਕਰਾਂਗੇ। ਇੱਕ ਦਿਨ ਸੱਚ ਦਾ ਡਾਂਕਾ ਜ਼ਰੂਰ ਵਜਾਵਾਂਗੇ, ਕਿਉਂਕਿ ਗੁਰੂ ਪਿਤਾ ਜੀ ਦੇ ਵਚਨ ਹੀ ਹੈ ਕਿ ਹਿੰਮਤ ਕਰੇ ਇਨਸਾਨ ਤੇ ਸਹਾਇਤਾ ਕਰੇ ਭਗਵਾਨ। ਹਿੰਮਤ ਤੇ ਮਰਦਾਂ ਤੇ ਮਦਦ ਦੇ ਖੁਦਾ। ਗੁਰੂ ਪਿਤਾ ਜੀ ਦੇ ਵਚਨ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸ ਲਈ ਸਾਰੀ ਟੀਮ ਹੈ ਜਿਹੜੀ ਬੁਲੰਦ ਹੌਸਲਿਆਂ ਨਾਲ ਅੱਗੇ ਵਧੋ ਤੇ ਵੱਧ ਤੋਂ ਵੱਧ ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ CBI ਨੂੰ ਚਿੱਠੀਆਂ ਭੇਜੋ। ਬਾਕੀ ਕਿਸੇ ਦਿਨ ਫੇਰ ਜਿਸ ਦਿਨ ਟਾਈਮ ਹੋਇਆ ਤਾਂ ਜਿਹੜੀ ਅੱਜ 14 ਤੇ 15 ਦੀ ਤਰੀਕ ਜਿਹੜਾ ਬਠਿੰਡਾ ਦੇ ਵਿੱਚ ਜੋ ਘਟਨਾ ਚੱਕਰ ਹੋਇਆ, ਕਿਉਂਕਿ ਉਸ ਟਾਈਮ ਮੈਂ 7 ਸਜਾਨਾਂ ਦੀ ਜ਼ਿੰਮੇਵਾਰ ਸੀ। ਮੇਰੇ ਸਾਹਮਣੇ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਅਸੀਂ ਉਸ ਤੋਂ ਬਾਅਦ ਰਿਸਰਚ ਕਰਕੇ ਵੀ ਦੇਖਿਆ। ਇਹ ਪੂਰੀ ਡਿਟੇਲ ਤੁਹਾਨੂੰ ਕਿਸੇ ਦਿਨ ਸੁਣਾਈ ਜਾਊਗੀ। ਤੇ ਬਾਕੀ ਸਾਰੀ ਸਾਧ ਸੰਗਤ ਨੇ ਅੱਗੇ ਤੋਂ ਅੱਗੇ ਜ਼ਿਆਦਾ ਜਿਹੜੇ ਹੈਗੇ ਆ ਇਹ ਆਪਾਂ ਜੋ CBI ਨੂੰ ਚਿੱਠੀਆਂ ਭੇਜ ਰਹੇ ਹਾਂ, ਇਹ ਵੀ ਜ਼ਰੂਰ ਸੇਵਾ ਜਿਹੜੀ ਹੈ ਕਰਨਾ। ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ ਸਾਰਿਆਂ ਨੇ ਹਾਂ ਦਾ ਨਾਰਾ ਜ਼ਰੂਰ ਮਾਰਨਾ। ਹੁਣ ਤੁਹਾਨੂੰ ਦਿਖਾ ਦਿੱਤਾ ਗਿਆ ਅਸਲੀ ਰੂਪ ਮੈਨੇਜਮੈਂਟ ਦਾ, ਹਨੀਪ੍ਰੀਤ ਦਾ, ਕੀ ਇਹ ਸਾਜ਼ਿਸ਼ਾਂ ਖੇਡ ਰਹੇ ਆ ਉਧਰ ਵੀ ਤੁਸੀਂ ਦੇਖ ਰਹੇ ਆ ਤੇ ਦੂਸਰੇ ਪਾਸੇ ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ ਸੰਗਤ ਖੜੀ ਹੋ ਰਹੀ ਹੈ। ਇਹਦੇ ਲਈ ਅਸੀਂ ਗੁਰੂ ਪਿਤਾ ਜੀ ਨੂੰ ਵੀ ਅਰਬੋਂ ਵਾਰ ਧੰਨ ਧੰਨ ਤੇ ਸਾਜਦਾ ਕਰਦੇ ਹਾਂ ਜੋ ਆਪਣੀ ਦਿਆਮੇ ਰਹਿਮਤ ਉਹ ਆਪਣੀ ਸੰਗਤ ਦੇ ਉੱਤੇ ਕਰ ਰਹੇ ਆ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।